ਜਦੋਂ ਲੋਕਾਂ ਦੇ ਵੱਲੋਂ ਚੁਣੇ ਹੋਏ ਨੁਮਾਇੰਦੇ ਪਹੁੰਚਣ ਉਸ ਥਾਂ ਦੇ ਉੱਤੇ ਜਿੱਥੇ ਲੋਕਾਂ ਦੀ ਹੀ ਗੱਲ ਹੋਣੀ ਚਾਹੀਦੀ ਹੈ, ਪਰ ਉੱਥੇ ਜਾ ਕੇ ਧੱਕਾ ਮੁੱਕੀ ਸ਼ੁਰੂ ਹੋ ਜਾਵੇ। ਉੱਥੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਜੋ ਲੋਕਤੰਤਰ ਨੂੰ ਸ਼ਰਮਸਾਰ ਕਰਦੀਆਂ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਸ਼ੁਰੂਆਤ ਅੱਜ ਅਸੀਂ ਕਰਨ ਜਾ ਰਹੇ ਹਾਂ ਦਿੱਲੀ ਤੋਂ। ਦਿੱਲੀ ਦੇ ਵਿੱਚ ਐਮਸੀਡੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੇ ਜੰਮ ਕੇ ਹੰਗਾਮਾ ਕੀਤਾ। ਆਮ ਆਦਮੀ ਪਾਰਟੀ ਦੇ ਕੌਂਸਲਰਸ ਨੋਮੀਨੇਟਡ ਮੈਂਬਰਾਂ ਦੀ ਸਹੁੰ ਦਾ ਵਿਰੋਧ ਕਰ ਰਹੇ ਸਨ ਤੇ ਨੌਬਤ ਧੱਕਾ ਮੁੱਕੀ ਤੱਕ ਪਹੁੰਚ ਗਈ। ਇੱਕ ਦੂਜੇ ਦੇ ਉੱਤੇ ਕੁਰਸੀਆਂ ਸੁੱਟੀਆਂ ਗਈਆਂ। ਦਰਅਸਲ ਸਦਨ ਦੇ ਵਿੱਚ ਨੋਮੀਨੇਟਡ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਵਾਈ ਜਾ ਰਹੀ ਸੀ, ਜਿਸ ਦਾ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੇ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਸਹੁੰ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਜਨਤਾ ਨੇ ਚੁਣ ਕੇ ਭੇਜਿਆ ਹੈ। ਇਸ ਦੇ ਉੱਤੇ ਬੀਜੇਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿਯਮਾਂ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੈ, ਇਸ ਵਜ੍ਹਾ ਦੇ ਨਾਲ ਉਹ ਹੰਗਾਮਾ ਕਰ ਰਹੇ ਨੇ। आज तक दिल्ली सरकार के इतिहास में ऐसा नहीं हुआ है कि जो नाम दिल्ली सरकार द्वारा भेजे गए हों उनको रिप्लेस करके कोई एक नया नाम हज कमेटी में एलजी द्वारा डाला गया। और किसका नाम डाला एलजी ने? कांग्रेस की लीडर ऑफ द हाउस नाजिया दानिश का नाम भारतीय जनता पार्टी के नुमाइंदे एलजी साहब ने डाला है। भारतीय जनता पार्टी में और कांग्रेस में डील हुई है। साफ नीति से आए थे, वोटिंग करने आए थे, ग्रेसफुली हो जाना चाहिए था। उनके लोगों ने शोर शराबा, टेबल पे चढ़ के इतना शोर शराबा मचाया। शोरोगुल उधर से शुरू हुआ, डिस्टर्बेंस उधर से शुरू हुई। ਹੰਗਾਮੇ ਦੀ ਵਜ੍ਹਾ ਦੇ ਨਾਲ ਚੋਣ ਦੀ ਪ੍ਰਕਿਰਿਆ ਨੂੰ 1 ਘੰਟੇ ਦੇ ਲਈ ਮੁਲਤਵੀ ਕਰਨਾ ਪਿਆ। ਫਿਰ ਵੀ ਹੰਗਾਮਾ ਨਹੀਂ ਰੁਕਿਆ ਅਤੇ VOTING ਅੱਗੇ ਪੋਸਟਪੋਨ ਹੁੰਦੀ ਰਹੀ ਤੇ ਫਿਰ ਆਖਿਰ ਦੇ ਵਿੱਚ ਮੇਅਰ ਚੋਣ ਨੂੰ ਅਗਲੀ ਤਰੀਕ ਤੱਕ ਮੁਲਤਵੀ ਕਰਨਾ ਪੈ ਗਿਆ। ਤਾਂ ਦਿੱਲੀ ਨੂੰ ਫਿਲਹਾਲ ਨਵਾਂ ਮੇਅਰ ਤਾਂ ਨਹੀਂ ਮਿਲਿਆ। ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਮੁਲਤਵੀ ਕਰਨਾ ਪੈ ਗਿਆ। ਖੈਰ, ਇਲੈਕਸ਼ਨ ਤੋਂ ਬਾਅਦ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੁੰਦੀ ਹੈ, ਪਰ ਜਦੋਂ ਹੰਗਾਮੇ ਦੇ ਵਿਚਾਲੇ ਚੋਣ ਨੂੰ ਸਦਨ ਨੂੰ ਅਗਲੀ ਤਰੀਕ ਤੱਕ ਕਾਰਵਾਈ ਨੂੰ ਮੁਲਤਵੀ ਕਰਨਾ ਪਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਕੈਬਨਿਟ ਨੇ ਸਕੂਲਾਂ ਦੀ ਸਾਫ਼ ਸਫਾਈ ਅਤੇ ਸੁਰੱਖਿਆ ਸਣੇ ਕੈਬਨਿਟ ਦੇ ਵਿੱਚ 4 ਵੱਡੇ ਫੈਸਲੇ ਲਏ ਗਏ। बैठक तो बाद कैबिनेट मंत्री हरपाल चीमा ने दस्सिया कि सूबे दे स्कूलों की साफ सफाई सुरक्षा ते मैनेजमेंट दे लई 3 कैटेगरी दे विच फैसले लए गए ने। स्कूलों की साफ सफाई ते सुरक्षा दे लई भर्ती की जाएगी। इस दे लई 33 करोड़ रुपए का फंड जारी किया गया है, जिस दे नाल करीब 14,000 लोगों को नौकरी मिल सकेगी। पंजाब दे विच पहली बार सफाई सेवक अते चौकीदार नियुक्त किए जाणगे। इस दे लई स्कूल मैनेजमेंट के पद्धर के उत्ते ही नियुक्तियां होणगियां। अध्यापकों तो सिर्फ टीचिंग का ही काम लिया जाएगा। पंजाब सिविल सैकटरीएट 150 के करीब सेवादार ਦੀਆਂ ਅਸਾਮੀਆਂ ਜਿਹੜੀਆਂ ਪ੍ਰਵਾਨਗੀ ਦਿੱਤੀ ਗਈ ਹੈ ਤੇ ਨਾਲ ਹੀ 23 ਪੋਸਟਾਂ ਚੌਕੀਦਾਰਾਂ ਦੀਆਂ ਜਿਹੜੀਆਂ ਬਦਲੀ ਦੇ ਅਧੀਨ ਭਰੀਆਂ ਜਾਣਗੀਆਂ। ਪਰ ਲੇਕਿਨ 150 ਅਸਾਮੀਆਂ ਸੇਵਾਦਾਰ ਦੀਆਂ ਅਸੀਂ ਜਿਹੜੀਆਂ ਨੇ ਉਹ ਨਵੀਆਂ ਭਰਤੀ ਕਰਨ ਦੀ ਪ੍ਰਵਾਨਗੀ। ਇਸ ਤੋਂ ਇਲਾਵਾ ਸਰਕਾਰ ਟਰਾਂਸਪੋਰਟ ਵਿਭਾਗ ਦੇ ਵਿੱਚ ਸਕ੍ਰੈਪ ਪਾਲਿਸੀ ਲਿਆਉਣ ਦੀ ਤਿਆਰੀ ਵਿੱਚ ਵੀ ਹੈ। ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਉੱਤੇ ਟੈਕਸ ਦੇ ਵਿੱਚ ਛੋਟ ਦਿੱਤੀ ਜਾਵੇਗੀ। ਸਕ੍ਰੈਪਿੰਗ ਪਾਲਿਸੀ ਜਿਹੜੀ ਆ ਉਹਦੇ ਅਧੀਨ ਜਿਹੜੀਆਂ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕੀਤੀ ਜਾਊਗੀ ਔਰ ਉਹਦੇ ਵਿੱਚ ਅਸੀਂ ਟੈਕਸ ਦੀ ਛੋਟ ਦਿੱਤੀ ਆ ਔਰ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ ਕੀਤਾ ਜਾਊਗਾ। ਵੇਰਕਾ ਦੇ ਵਿੱਚ ਕਰੀਬ 5 ਸਾਲ ਚ ਗਰੁੱਪ C ਅਤੇ D ਦੇ 500 ਤੋਂ ਜ਼ਿਆਦਾ ਅਹੁਦੇ ਖਾਲੀ ਨੇ। ਇਹਨਾਂ ਸਾਰੇ ਖਾਲੀ ਅਹੁਦਿਆਂ ਨੂੰ ਭਰਨ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਸਿਵਲ ਸੈਕਟਰੀਏਟ ਦੇ ਵਿੱਚ ਵੀ ਸੇਵਾਦਾਰ ਦੇ ਕਰੀਬ 150 ਅਹੁਦੇ ਭਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੌਕੀਦਾਰ ਦੇ 23 ਅਹੁਦੇ ਵੀ ਭਰੇ ਜਾਣਗੇ। ਤਾਂ 2023 ਯਾਨੀ ਕਿ ਨਵੇਂ ਸਾਲ ਦੀ ਇਹ ਪਹਿਲੀ ਕੈਬਨਿਟ ਦੀ ਬੈਠਕ ਸੀ ਤੇ ਇਸ ਦੇ ਵਿੱਚ ਅਸਾਮੀਆਂ ਦਾ, ਨੌਕਰੀਆਂ ਦਾ, ਰੋਜ਼ਗਾਰ ਦਾ ਜ਼ਿਕਰ ਸਰਕਾਰ ਦੇ ਵੱਲੋਂ ਕੀਤਾ ਗਿਆ। ਕੈਬਨਿਟ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ। ਅਗਲੀ ਖਬਰ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ ਸੈਂਕੜੇ ਆਂਗਨਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਧਰਨਾਕਾਰੀਆਂ ਨੂੰ ਠੰਡ ਦੇ ਵਿੱਚ ਪ੍ਰਦਰਸ਼ਨ ਕਰਦਾ ਦੇਖ ਬਿੱਟੂ ਵੀ ਧਰਨੇ ਦੇ ਵਿੱਚ ਸ਼ਾਮਲ ਹੋ ਗਏ ਤੇ ਆਂਗਨਵਾੜੀ ਵਰਕਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਬਿੱਟੂ ਨੇ ਇਲਜ਼ਾਮ ਲਗਾਇਆ ਕਿ 1975 ਤੋਂ ਲੈ ਕੇ ਹੁਣ ਤੱਕ ਕੋਈ ਵੀ ਸਰਕਾਰ ਆਂਗਨਵਾੜੀ ਵਰਕਰਾਂ ਨੂੰ ਬਣਦੇ ਹੱਕ ਦੇਣ ਦੇ ਵਿੱਚ ਫੇਲ ਰਹੀ ਹੈ। ਸਾਰਿਆਂ ਨੂੰ ਪੈਨਸ਼ਨਾਂ ਇਹ ਲਵਾਉਣ, ਸਾਰਿਆਂ ਦੇ ਰਾਸ਼ਨ ਕਾਰਡ ਇਹ ਬਣਾਉਣ ਤੇ ਜਦੋਂ ਇਹਨਾਂ ਨੂੰ ਕੁਝ ਦੇਣ ਦੀ ਵਾਰੀ ਆ ਜੇ ਅਸੀਂ ਸਾਰੇ ਹੀ ਵਿੱਚ ਹੀ ਆ। ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਅੱਜ ਦੀ ਸਰਕਾਰ ਤੇ ਮੈਂ ਸਿੱਟਾਂ ਜਾਂ ਮੈਂ ਨਾ, ਅਸੀਂ ਸਾਰੇ ਹੀ ਹਮੇਸ਼ਾ ਇਹਨਾਂ ਨੂੰ ਮੈਂ ਸਮਝਦਾ ਬਣਦਾ ਹੱਕ ਨਹੀਂ ਦੇ ਸਕੇ। ਤੇ ਰਵਨੀਤ ਬਿੱਟੂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਆਉਂਦੇ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਉਹਨਾਂ ਦੀਆਂ ਮੰਗਾਂ ਨੂੰ ਜ਼ੋਰ ਸ਼ੋਰ ਦੇ ਨਾਲ ਸਦਨ ਦੇ ਅੱਗੇ ਰੱਖਣਗੇ। ਤੇ ਮੈਂ ਆਪਣੇ ਵੱਲੋਂ ਇਹ ਵਾਅਦਾ ਕੀਤਾ ਹੈ
ਵੀ ਮੈਂ ਅਗਲੇ ਸੈਸ਼ਨ 'ਚ ਪਾਰਲੀਮੈਂਟ ਦੇ ਵਿੱਚ ਇਹ ਬਹੁਤ ਜ਼ੋਰ ਨਾਲ ਇਹ ਆਵਾਜ਼ ਉਠਾਊਂਗਾ, ਬੁਲੰਦ ਕਰੂੰਗਾ, ਕਿਉਂਕਿ ਇਹ ਸਾਡੀਆਂ ਮਾਵਾਂ ਭੈਣਾਂ ਹੀ ਆ, ਇਹ ਕੋਈ ਬਗਾਨੀਆਂ ਇਹ ਅੱਜ ਬੈਠੀਆਂ। ਆਪਣੇ ਆਪ ਨੂੰ ਅਫਸੋਸ ਆਉਂਦਾ, ਸ਼ਰਮ ਆਉਂਦੀ ਆ ਵੀ ਅੱਜ ਠੰਡ ਦੇ ਦਿਨਾਂ 'ਚ ਇਹ ਥੱਲੇ ਬੈਠੀਆਂ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਛੱਡੀਆਂ। ਆਂਗਨਵਾੜੀ ਵਰਕਰਾਂ ਦੀ ਮੰਗ ਹੈ ਕਿ ਉਹਨਾਂ ਦੇ ਮਾਣ ਭੱਤੇ ਦੇ ਵਿੱਚ ਨਾ ਸਿਰਫ ਇਜ਼ਾਫਾ ਕੀਤਾ ਜਾਵੇ, ਸਗੋਂ 7 ਮਹੀਨਿਆਂ ਤੋਂ ਪੈਂਡਿੰਗ ਪਈਆਂ ਉਹਨਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਖੈਰ, ਜਦੋਂ ਐਮਪੀ ਸਾਹਿਬ ਦੀ ਕੋਠੀ ਦੇ ਬਾਹਰ ਹੀ ਧਰਨਾ ਲੱਗਿਆ ਹੋਵੇ ਤੇ ਫਿਰ ਖੁਦ ਐਮਪੀ ਹੀ ਜਿਨ੍ਹਾਂ ਦੇ ਕੋਠੀ ਦੇ ਘਰ ਦੇ ਬਾਹਰ ਧਰਨਾ ਸੀ, ਉਹ ਖੁਦ ਜਾ ਕੇ ਧਰਨੇ ਦੇ ਵਿੱਚ ਬੈਠ ਜਾਣ ਤੇ ਵਾਅਦਾ ਕਰਨ ਕਿ ਪਾਰਲੀਮੈਂਟ ਦੇ ਵਿੱਚ ਆਉਂਦੇ ਸੈਸ਼ਨ ਦੇ ਦੌਰਾਨ ਤੁਹਾਡੀ ਮੰਗਾਂ ਨੂੰ ਚੁੱਕਿਆ ਜਾਵੇਗਾ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਤੇ ਰੁਕ ਕਰਦੇ ਹਾਂ। ਅਕਾਲੀ ਦਲ ਦਾ ਪੱਲਾ ਫੜਨ ਵਾਲੇ ਸਰਨਾ ਭਰਾਵਾਂ ਦੇ ਖਿਲਾਫ ਅਕਾਲ ਤਖਤ ਸਾਹਿਬ ਤੇ ਲਿਖਤੀ ਸ਼ਿਕਾਇਤ ਪਹੁੰਚੀ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਲਿਖਤੀ ਸ਼ਿਕਾਇਤ ਦੇ ਵਿੱਚ ਸਰਨਾ ਭਰਾਵਾਂ ਦੀਆਂ ਕੰਪਨੀਆਂ ਤੇ ਸ਼ਰਾਬ ਤਸਕਰੀ 'ਚ ਸ਼ਾਮਲ ਹੋਣ ਅਤੇ 84 ਸਿੱਖ ਨਸਲਕੁਸ਼ੀ ਦੇ ਮੁਲਜ਼ਮਾਂ ਨੂੰ ਸਿਰੋਪੇ ਦੇਣ ਦੇ ਇਲਜ਼ਾਮ ਲਗਾਏ। ਸ਼ਿਕਾਇਤ ਦੇ ਵਿੱਚ ਸਰਨਾ ਭਰਾਵਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਵੀ ਕੀਤੀ ਗਈ ਹੈ। ਨਸ਼ੇ ਦੇ ਕਾਰੋਬਾਰ ਕੀਤੇ ਜਾ ਰਹੇ ਆ, ਜਿਸ ਵਿੱਚ ਉਹਨਾਂ ਦੇ ਪਰਿਵਾਰ ਨੂੰ ਈਡੀ ਤੇ ਸੀਬੀਆਈ ਵੱਲੋਂ ਨੋਟਿਸ ਭੇਜੇ ਗਏ, ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ, ਕੋਰਟ ਦੇ ਵਿੱਚ ਕੇਸ ਉਹਨਾਂ ਦੇ ਖਿਲਾਫ ਸ਼ੁਰੂ ਹੋਏ ਆ। ਇੰਨਾ ਹੀ ਨਹੀਂ, ਡੀਐਸਜੀਐਮਸੀ ਦੇ ਮੈਂਬਰਾਂ ਨੇ ਐਸਜੀਪੀਸੀ ਨੂੰ ਵੀ ਲਪੇਟੇ 'ਚ ਲਿਆ ਤੇ ਸ਼੍ਰੋਮਣੀ ਕਮੇਟੀ ਦੇ ਸਰਨਾ ਭਰਾਵਾਂ ਨੂੰ ਸਹੀ ਦੱਸਣ ਦੇ ਲਈ ਸੰਗਤ ਦੇ ਪੈਸੇ ਦੇ ਵਿੱਚੋਂ ਕਰੋੜਾਂ ਰੁਪਏ ਖਰਚਣ ਦੇ ਇਲਜ਼ਾਮ ਲਗਾਏ। ਇਕਰਾਰਨਾਮਾ ਵੀ ਜਗ ਜ਼ਾਹਿਰ ਕਰਨ ਔਰ ਆਪਣਾ ਚੈਨਲ ਜਿਹੜਾ ਸ਼ੁਰੂ ਕਰਨ, ਉਸ ਦਾ ਵੀ ਜਥੇਦਾਰ ਸਾਹਿਬ ਦੇ ਹੁਕਮ ਦੀ ਜਿਹੜੀ ਆ ਉਲੰਘਣਾ ਹੈ ਔਰ ਜੋ ਬਣਦੀ ਕਾਰਵਾਈ ਆ ਉਹ ਇਹਨਾਂ ਦੇ ਖਿਲਾਫ ਕੀਤੀ ਜਾਏ। ਉਧਰ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਤੇ ਡੀਐਸਜੀਐਮਸੀ ਤੋਂ 9 ਸਾਲ ਦਾ ਹਿਸਾਬ ਵੀ ਮੰਗਿਆ। ਮੇਰੇ ਤੇ ਮੈਨੂੰ ਚਮਕਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਲੋੜ ਨਹੀਂ ਹੈਗੀ। ਮੇਰੇ ਤੇ ਗੁਰੂ ਦੀ ਬਖਸ਼ਿਸ਼ ਹੈਗੀ। ਮੈਂ ਅੱਜ ਤੱਕ ਨਾ ਸ਼੍ਰੋਮਣੀ ਕਮੇਟੀ ਦੇ ਨਾ ਕਦੀ ਦਿੱਲੀ ਕਮੇਟੀ ਦੇ ਇੱਕ ਪੈਸੇ ਦੀ ਵਰਤੋਂ ਕਦੀ ਨਹੀਂ ਕੀਤੀ ਆਪਣੇ ਉੱਤੇ। ਸਰਨਾ ਭਰਾ 9 ਅਕਤੂਬਰ 2022 ਨੂੰ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ, ਪਰ ਹੁਣ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲਜ਼ਾਮਾਂ ਨੇ ਅਕਾਲੀ ਦਲ ਅਤੇ ਸਰਨਾ ਭਰਾਵਾਂ ਨੂੰ ਨਵੇਂ ਵਿਵਾਦਾਂ ਨਾਲ ਕਟਹਿਰੇ 'ਚ ਖੜਾ ਕਰ ਦਿੱਤਾ ਹੈ। ਤਾਂ ਕਟਹਿਰੇ ਦੇ ਵਿੱਚ ਨੇ ਵਿਵਾਦ ਜਾਂ ਕਹੀਏ ਕਿ ਇਲਜ਼ਾਮ ਉਹਨਾਂ ਦੇ ਖਿਲਾਫ ਲੱਗ ਰਹੇ ਨੇ, ਸਰਨਾ ਭਰਾਵਾਂ ਦੇ ਖਿਲਾਫ। ਇਸ ਸਭ ਦੇ ਵਿਚਾਲੇ ਗੱਲ ਹੋਵੇਗੀ ਰਾਹੁਲ ਗਾਂਧੀ ਦੀ। ਭਾਰਤ ਜੋੜੋ ਯਾਤਰਾ ਅੱਗੇ ਵਧ ਰਹੀ ਹੈ, ਹਰਿਆਣਾ ਪਹੁੰਚ ਚੁੱਕੀ ਹੈ। ਹਰਿਆਣਾ ਦੇ ਵਿੱਚ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਦੂਜੇ ਗੇੜ ਦਾ ਆਗਾਜ਼ ਕਰ ਦਿੱਤਾ। ਪਾਣੀਪਤ ਤੋਂ ਸ਼ੁਰੂ ਹੋਈ ਇਸ ਯਾਤਰਾ ਦੇ ਵਿੱਚ ਰਾਹੁਲ ਗਾਂਧੀ 13 ਕਿਲੋਮੀਟਰ ਪੈਦਲ ਚੱਲੇ। ਇਸ ਦੌਰਾਨ ਉਹ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਟੀਮ ਦੇ ਨਾਲ ਵੀ ਮਿਲੇ, ਜਿਨ੍ਹਾਂ ਦੇ ਨਾਲ ਪੈਦਲ ਚੱਲਦੇ ਹੋਏ ਉਹਨਾਂ ਦੀ 1 ਕਿਲੋਮੀਟਰ ਤੱਕ ਚਰਚਾ ਹੋਈ। ਇਸ ਤੋਂ ਬਾਅਦ ਅਚਾਨਕ ਰਾਹੁਲ ਰਾਹ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਰੁਕ ਗਏ। ਇਹ ਪੜਾਅ ਕਰੀਬ 1 ਘੰਟੇ ਤੱਕ ਦਾ ਰਿਹਾ। ਦੱਸਿਆ ਜਾ ਰਿਹਾ ਕਿ ਫੈਕਟਰੀ ਬੀਜੇਪੀ ਆਗੂ ਦੀ ਸੀ। ਇਸ ਯਾਤਰਾ ਦੇ ਵਿੱਚ ਹਰਿਆਣਾ ਕਾਂਗਰਸ ਦੇ ਆਗੂ ਵੀ ਰਾਹੁਲ ਗਾਂਧੀ ਦੇ ਨਾਲ ਦਿਖੇ। ਪਾਣੀਪਤ ਦੇ ਵਿੱਚ ਪੈਦਲ ਯਾਤਰਾ ਦੀ ਸ਼ੁਰੂਆਤ ਦੇ ਵਿੱਚ ਕੁਮਾਰੀ ਸੈਲਜਾ ਉਹਨਾਂ ਦੇ ਨਾਲ ਨਜ਼ਰ ਆਏ। ਕਾਂਗਰਸ ਦੇ ਐਮਪੀ ਦੀਪਿੰਦਰ ਹੁੱਡਾ ਵੀ ਰਾਹੁਲ ਦੇ ਨਾਲ ਭਾਰਤ ਜੋੜੋ ਯਾਤਰਾ 'ਚ ਕਦਮ ਨਾਲ ਕਦਮ ਮਿਲਾ ਰਹੇ ਸੀ। ਖਾਸ ਗੱਲ ਇਹ ਸੀ ਕਿ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਰਾਹੁਲ ਮੁੜ ਤੋਂ ਉਸੇ ਸਫੇਦ ਰੰਗ ਦੀ ਟੀ-ਸ਼ਰਟ ਦੇ ਵਿੱਚ ਨਜ਼ਰ ਆਏ, ਜਿਸ ਦੀ ਚਰਚਾ ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਹੋ ਰਹੀ ਹੈ। ਪਾਣੀਪਤ ਦੇ ਵਿੱਚ ਰਾਹੁਲ ਦੀ ਯਾਤਰਾ ਦਾ ਕੜਾਕੇ ਦੀ ਠੰਡ ਦੇ ਵਿੱਚ ਗਰਮਜੋਸ਼ੀ ਦੇ ਨਾਲ ਸਵਾਗਤ ਹੋਇਆ। ਖੈਰ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਖੂਬ ਚਰਚਾ ਦੇ ਵਿੱਚ ਹੈ ਤੇ ਦੂਜੇ ਪਾਸੇ ਜ਼ਬਰਦਸਤ ਠੰਡ ਦੇ ਵਿਚਾਲੇ ਸਿੰਗਲ ਟੀ-ਸ਼ਰਟ ਦੇ ਵਿੱਚ ਜਿਸ ਤਰੀਕੇ ਨਾਲ ਉਹ ਨਜ਼ਰ ਆ ਰਹੇ ਨੇ, ਉਹ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਆਖਿਰ ਰਾਹੁਲ ਗਾਂਧੀ ਨੂੰ ਠੰਡ ਲੱਗ ਕਿਉਂ ਨਹੀਂ ਰਹੀ, ਕਿਉਂਕਿ ਜ਼ਬਰਦਸਤ ਠੰਡ ਹੈ। ਖੈਰ, ਅੱਗੇ ਵਧਿਆ ਤੇ ਹੁਣ ਵਾਰੀ ਹੈ ਅੱਜ ਦੇ ਸਵਾਲ ਦੀ। ਸਵਾਲ ਅਸੀਂ ਪੈਦਲ ਯਾਤਰਾ ਨੂੰ ਲੈ ਕੇ ਹੀ ਪੁੱਛ ਰਹੇ ਹਾਂ। ਰਾਹੁਲ ਗਾਂਧੀ ਦੇ ਵੱਲੋਂ ਕਰੀਬ 3000 ਕਿਲੋਮੀਟਰ ਦੀ ਯਾਤਰਾ ਹੁਣ ਤੱਕ ਕੀਤੀ ਜਾ ਚੁੱਕੀ ਹੈ। ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਹੈ, ਹਰਿਆਣਾ ਪਹੁੰਚ ਚੁੱਕੇ ਨੇ, ਅੱਗੇ ਕਸ਼ਮੀਰ ਤੱਕ ਜਾਣਗੇ। ਇਸ ਕਰਕੇ ਸਵਾਲ ਅੱਜ ਪੈਦਲ ਯਾਤਰਾ ਦੇ ਨਾਲ ਹੀ ਜੁੜਿਆ ਹੋਇਆ। ਸਵਾਲ ਕਿ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਲੰਬੀ ਪੈਦਲ ਯਾਤਰਾ ਕਿਸ ਨੇਤਾ ਨੇ ਕੀਤੀ, ਕਿਹੜੇ ਆਗੂ ਨੇ ਸਭ ਤੋਂ ਲੰਬੀ ਪੈਦਲ ਯਾਤਰਾ ਕੀਤੀ। ਆਜ਼ਾਦੀ ਤੋਂ ਬਾਅਦ ਪੋਲੀਟੀਕਲ ਤੌਰ ਦੇ ਉੱਤੇ ਸਿਆਸੀ ਆਗੂ ਯਾਤਰਾਵਾਂ ਕਰਦੇ ਰਹੇ ਨੇ, ਖੂਬ ਚਰਚਾ 'ਚ ਰਹੀਆਂ ਨੇ। ਕਈ ਯਾਤਰਾ ਜਿਹੜੀਆਂ ਦੇਸ਼ ਦੇ ਵਿੱਚ ਹੋਈਆਂ ਨੇ। 4 ਆਪਸ਼ਨ ਤੁਹਾਨੂੰ ਦੇ ਰਿਹਾ। A ਇੰਦਰਾ ਗਾਂਧੀ, B ਚੰਦਰ ਸ਼ੇਖਰ ਨੇ ਕੀਤੀ ਸਭ ਤੋਂ ਲੰਬੀ ਯਾਤਰਾ, ਜਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਕੀਤੀ ਆਪਸ਼ਨ C, ਜਾਂ ਫਿਰ ਆਪਸ਼ਨ D ਰਾਜੀਵ ਗਾਂਧੀ ਨੇ ਕੀਤੀ ਸਭ ਤੋਂ ਲੰਬੀ ਯਾਤਰਾ। ਪੈਦਲ ਯਾਤਰਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਮੈਂ ਦੁਬਾਰਾ ਟੀਸ ਕਰ ਰਿਹਾ ਕਿ ਪੈਦਲ ਯਾਤਰਾ, ਸਭ ਤੋਂ ਲੰਬੀ ਪੈਦਲ ਯਾਤਰਾ
ਕਿਹੜੇ ਆਗੂ ਦੇ ਵੱਲੋਂ ਕੀਤੀ ਗਈ। ਇਸ ਸਵਾਲ ਦਾ ਜਵਾਬ ਪੂਰੀ ਜਾਣਕਾਰੀ ਦੇ ਨਾਲ ਇਸ ਪ੍ਰੋਗਰਾਮ ਦੇ ਦੌਰਾਨ ਹੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ।